ਸਤਿ ਸ਼੍ਰੀ ਅਕਾਲ ਦੋਸਤੋ। ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਅੱਜ ਕੱਲ੍ਹ ਕਿਸਾਨ ਦਾ ਸੰਘਰਸ਼ ਜ਼ਬਰਦਸਤ ਮੂਵਮੈਂਟ 'ਤੇ ਚੱਲ ਰਿਹਾ ਹੈ। ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਰੇਲਵੇ ਟਰੈਕਾਂ 'ਤੇ ਧਰਨੇ ਦਿੱਤੇ ਜਾ ਰਹੇ ਹਨ, ਟੋਲ ਪਲਾਜ਼ਿਆਂ 'ਤੇ, ਬਾਕੀ ਰਿਲਾਇੰਸ ਦੇ ਪੈਟਰੋਲ ਪੰਪਾਂ 'ਤੇ, ਰਿਲਾਇੰਸ ਦੇ ਮਾਲਾਂ 'ਤੇ, ਸਭ 'ਤੇ ਧਰਨੇ ਦੇ ਕੇ ਉਹਨਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਜੀਓ ਦੇ ਸਿਮ ਤੋੜੇ ਮਰੋੜੇ ਜਾ ਰਹੇ ਨੇ। ਅਤੇ ਇਹਨਾਂ ਸਭ ਕੁਝ ਦੇ ਚੱਲਦਿਆਂ ਕੁਛ ਇੱਕ ਹੋਰ ਗੱਲਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦਾ ਕਿ ਪਹਿਲਾਂ ਤੋਂ ਹੀ ਖਦਸ਼ਾ ਸੀ। ਹੁਣ ਇੱਕ ਪਾਸੇ ਤਾਂ ਸਿਆਸੀ ਪਾਰਟੀਆਂ ਆਪਣਾ ਲਾਹਾ ਲੈਣ ਵਾਸਤੇ ਕਦੇ ਕੁਝ ਕਰਦੀਆਂ ਨੇ ਅਤੇ ਕਦੇ ਕੁਝ ਕਰਦੀਆਂ ਨੇ। ਜਿਵੇਂ ਕਿ ਆਪਾਂ ਜਾਣਦੇ ਹਾਂ, ਅਕਾਲੀ ਪਾਰਟੀ ਕਿਸ ਤਰ੍ਹਾਂ 3 ਤਖਤ ਸਾਹਿਬਾਨ ਤੋਂ ਧਰਨੇ ਵਾਸਤੇ ਮਾਰਚ ਲੈ ਕੇ ਚੱਲੀ, ਧਰਨਿਆਂ ਵਾਸਤੇ। ਤਾਂ ਇੱਕ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ, ਇੱਕ ਪਾਸੇ ਸੁਖਬੀਰ ਬਾਦਲ ਅਤੇ ਇੱਕ ਪਾਸੇ ਚੰਦੂ ਮਾਜਰਾ। ਇਹਨਾਂ ਸਭ ਨੇ ਆਪਣੇ ਆਪਣੇ ਹਿਸਾਬ ਨਾਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਅੱਜ ਤੋਂ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਮਾਰਚ ਕੱਢਿਆ ਜਾ ਰਿਹਾ। ਅਤੇ ਉੱਧਰ ਦੂਜੇ ਪਾਸੇ ਜਿਹੜੇ ਧਰਨਾਕਾਰੀ ਹੈਗੇ ਨੇ, ਜਿਨ੍ਹਾਂ ਦੇ ਵਿੱਚ ਗਾਇਕ ਕਲਾਕਾਰ ਅਸੀਂ ਦੇਖਦੇ ਆ ਰਹੇ ਹਾਂ ਕਿ ਉਹ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਅਤੇ ਇਹਨਾਂ ਦੇ ਵਿੱਚੋਂ ਦੀਪ ਸਿੱਧੂ ਦੇ ਉੱਤੇ ਇਲਜ਼ਾਮ ਵੀ ਲੱਗੇ ਕਿ ਉਹ RSS ਦਾ ਜਾਣਕਾਰ ਹੈ, RSS ਦੇ ਨਾਲ ਉਹਦੇ ਨੇੜਲੇ ਸੰਬੰਧ ਰਹੇ ਨੇ। ਉਹਨੇ ਆਪਣੇ ਵੱਲੋਂ ਸਫਾਈਆਂ ਵੀ ਦਿੱਤੀਆਂ, ਪਰ ਹੁਣ ਪਤਾ ਲੱਗਿਆ ਕਿ ਉਹਦੇ ਨਾਲ ਕਈ ਗਾਇਕਾਂ ਦੀ ਝੜਪ ਹੋ ਗਈ ਹੈ ਅਤੇ ਲੱਖਾ ਸਿਧਾਣਾ ਵਰਗੇ ਲੋਕ ਸਮਾਜ ਸੇਵੀ ਜੋ ਹੈਗੇ ਨੇ ਅਤੇ ਇੱਕ ਦੋ ਕਲਾਕਾਰ ਹੋਰ ਹੈਗੇ ਨੇ, ਗਾਇਕ, ਜਿਹੜੇ ਕਹਿੰਦੇ ਕਿ ਅਸੀਂ ਸ਼ੰਭੂ ਬਾਰਡਰ 'ਤੇ ਨਹੀਂ ਪਹੁੰਚਾਂਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਜਿਹੜੀਆਂ ਕਿ ਬੜੀਆਂ ਮੰਦਭਾਗੀਆਂ ਕਹੀਆਂ ਜਾ ਸਕਦੀਆਂ ਨੇ। ਮੈਂ ਨਹੀਂ ਕਹਿ ਸਕਦੀ ਕਿ ਇਹਦੇ ਵਿੱਚ ਕੀ ਸੱਚਾਈ ਹੈ ਅਤੇ ਕਿੰਨੀ ਕੁ ਇਹ ਗੱਲ ਝੂਠੀ ਹੈ ਕਿ ਸਿੱਧੂ ਜਿਹੜਾ ਹੈ, ਦੀਪ ਸਿੱਧੂ, ਉਹ ਕਿੰਨਾ ਕੁ ਸੱਚਾ ਅਤੇ ਕਿੰਨਾ ਕੁ ਝੂਠ ਹੈ। ਲੇਕਿਨ ਜੇ ਆਪਾਂ ਗੌਰ ਨਾਲ ਵਿਚਾਰ ਕਰੀਏ ਤਾਂ ਮੇਰੀ ਜਾਚੇ ਸਾਰਿਆਂ ਨੂੰ ਹੀ ਲੋਕ ਹਿੱਤ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਨੂੰ ਛਿੱਕੇ ਟੰਗ ਕੇ ਕਿਸਾਨਾਂ ਦੇ ਨਾਲ ਆ ਕੇ ਖੜਨਾ ਚਾਹੀਦਾ। ਕਾਰਨ ਕਿ ਕਿਸਾਨ ਜਿਹੜਾ ਹੈ ਉਹਦੀ ਹੋਂਦ ਤੇ ਬਣ ਆਈ ਹੈ। ਪਰ ਵੀਰੋ ਤੇ ਭੈਣੋ, ਕਿਸਾਨ ਆਪਣੀ ਹੋਂਦ ਦੇ ਬਾਰੇ ਜਾਣਦਾ ਹੈ, ਉਹਨੂੰ ਪਤਾ ਹੈ ਕਿ ਉਹਦੇ ਨਾਲ ਕੀ ਹੋਣ ਜਾ ਰਿਹਾ ਹੈ। ਅਤੇ ਇਹ ਗਾਇਕ, ਕਲਾਕਾਰ ਅਤੇ ਹੋਰ ਲੋਕ ਜਿਹੜੇ ਨੇ, ਇਹ ਆਪਣੇ ਮਫਾਦਾਂ ਵਾਸਤੇ ਉਹਦਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇੱਕ ਪਾਸੇ ਜੇ ਆਪਾਂ ਕਹੀਏ, ਸੰਨੀ ਦਿਓਲ ਜਿਹਨੇ ਆ ਕੇ ਹਾਂ ਦਾ ਨਾਅਰਾ ਵੀ ਨਹੀਂ ਮਾਰਿਆ ਅਤੇ ਉਲਟਾ ਆਪਣੀ ਪਾਰਟੀ ਦੇ ਹੱਕ 'ਚ ਬਿਆਨ ਦਿੱਤਾ ਕਿ ਇਹ ਜਿਹੜੇ ਕਾਨੂੰਨ ਨੇ ਕਿਸਾਨ ਹਿੱਤ ਵਿੱਚ ਨੇ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਅਕਸ਼ੈ ਕੁਮਾਰ, ਉਹਨੇ ਚੁੱਪੀ ਹੀ ਧਾਰਨ ਕੀਤੀ ਹੋਈ ਹੈ। ਅਤੇ ਤੀਜੇ ਪਾਸੇ ਹੰਸਰਾਜ ਹੰਸ ਵਰਗੇ ਲੋਕ ਦਮਗਜੇ ਮਾਰ ਕੇ ਕਹਿ ਰਹੇ ਨੇ ਕਿ ਮੈਂ ਆਪਣੇ ਸਾਹਿਬ ਦੇ ਨਾਲ ਤੁਹਾਡੀ ਗੱਲ ਕਰਵਾ ਦਿੰਦਾ। ਉਹ ਭਾਈ ਸਾਹਿਬ ਦੇ ਨਾਲ ਤਾਂ ਤੂੰ ਗੱਲ ਕਰਵਾ ਦਿੰਦਾ ਹੈ, ਤੈਨੂੰ ਤਾਂ ਖੁਦ ਨੂੰ ਹੀ ਸਮਝ ਨਹੀਂ ਹੈਗੀ ਸਣੇ ਦਲੇਰ ਮਹਿੰਦੀ ਦੇ ਕਿ ਖੇਤੀ ਹੁੰਦੀ ਕੀ ਆ ਅਤੇ ਕਿਵੇਂ ਕੀਤੀ ਜਾਂਦੀ ਹੈ। ਅਤੇ ਤੂੰ ਗੱਲ ਕੀ ਕਰਵਾਏਂਗਾ ਜਿਹਨੂੰ ਖੁਦ ਹੀ ਨਹੀਂ ਪਤਾ ਕਿ ਖੇਤੀ ਹੁੰਦੀ ਕੀ ਆ, ਕਿਵੇਂ ਕੀਤੀ ਜਾਂਦੀ ਆ, ਕੀ ਇਹਦੇ ਮੁੱਦੇ ਹੈਗੇ ਨੇ, ਕਿਸ ਤਰ੍ਹਾਂ ਦੀ ਪਰੇਸ਼ਾਨੀ ਕਿਸਾਨਾਂ ਨੂੰ ਆਉਂਦੀ ਹੈ, ਅਤੇ ਤੁਸੀਂ ਗੱਲ ਕੀ ਕਰੋਗੇ। ਤਾਂ ਬੜੀਆਂ ਇਹ ਹਾਸੋਹੀਣੀਆਂ ਜਿਹੀਆਂ ਗੱਲਾਂ ਕਰ ਰਹੇ ਨੇ ਲੋਕ। ਅਤੇ ਆ ਜਿਹੜੇ ਆਪਾਂ ਰਿਲਾਇੰਸ ਪੰਪਾਂ ਦੀ ਗੱਲ ਕਰ ਰਹੇ ਹਾਂ ਕਿ ਇਹਨਾਂ ਦਾ ਬਾਈਕਾਟ ਕਰਵਾਉਣਾ ਹੈ, ਅਤੇ ਭਰਾਵੋ ਅੱਜ ਹੀ ਪਤਾ ਲੱਗਿਆ ਹੈ ਕਿ ਪੰਜਾਬ ਦੇ ਵਿੱਚ ਕੁੱਲ 85 ਪੈਟਰੋਲ ਪੰਪ ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ
35 ਤਾਂ ਰਿਲਾਇੰਸ ਕੰਪਨੀ ਖੁਦ ਚਲਾਉਂਦੀ ਹੈ ਅਤੇ 50 ਜਾਂ ਤਾਂ ਬਹੁਤ ਧਨਾੜ ਲੋਕਾਂ ਦੇ ਨੇ, ਜਾਂ ਇਹ ਜਿਹੜੇ ਸਾਡੇ ਅਕਾਲੀ ਅਤੇ ਕਾਂਗਰਸੀ ਅਤੇ ਹੋਰ ਵੱਡੇ ਵੱਡੇ ਲੀਡਰ ਹੈਗੇ ਨੇ ਉਹਨਾਂ ਦੇ ਆਪਣੇ ਨਾਵਾਂ 'ਤੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਵਾਂ 'ਤੇ ਚੱਲ ਰਹੇ ਨੇ। ਹੁਣ ਦੇਖੋ, ਉੱਪਰਲੇ ਮਨੋਂ ਇਹ ਕਿਸਾਨਾਂ ਦੇ ਹਿਤੈਸ਼ੀ ਅਖਵਾਉਂਦੇ ਹੋਏ ਕਿਸਾਨਾਂ ਦੇ ਹਾਂ ਦਾ ਨਾਅਰਾ, ਕਿਸਾਨਾਂ ਦੇ ਨਾਲ ਹਾਂ ਦਾ ਨਾਅਰਾ ਮਾਰਦੇ ਨੇ, ਅਸੀਂ ਆਹ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਅਤੇ ਅੰਦਰੋਂ ਦੇਖੋ, ਇਹਨਾਂ ਦੇ ਖੁਦ ਦੇ ਪੈਟਰੋਲ ਪੰਪ ਨੇ ਰਿਲਾਇੰਸ ਦੇ, ਇਹ ਸਾਡਾ ਕੀ ਭਲਾ ਕਰ ਦੇਣਗੇ। ਸੋ ਕਿਸੇ ਵੀ ਤਰੀਕੇ ਨਾਲ ਦੇਖੀਏ ਤਾਂ ਇਸ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਪਰ ਮੇਰਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਕਹਿਣਾ ਹੈ, ਮੇਰੀ ਸਭ ਨੂੰ ਇਹ ਅਪੀਲ ਹੈ ਨਿਮਰਤਾ ਸਹਿਤ, ਕਿ ਵੀਰੋ ਅਤੇ ਭੈਣੋ, ਇਸ ਸੰਘਰਸ਼ ਦੇ ਵਿੱਚ ਕੁੱਦ ਕੇ ਸਾਨੂੰ ਆਪਣੇ ਭਲੇ ਬੁਰੇ ਵਾਸਤੇ ਖੁਦ ਸੁਚੇਤ ਰਹਿਣਾ ਪੈਣਾ। ਜੇ MSP ਨੂੰ ਅਗਲਿਆਂ ਨੇ ਮੰਨ ਵੀ ਲਿਆ ਤਾਂ ਵੀ ਸਾਡਾ ਕੋਈ ਭਲਾ ਨਹੀਂ ਹੋਣ ਵਾਲਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਿਰਫ ਪੇਤਲੀਆਂ ਜੀਆਂ ਗੱਲਾਂ ਨੇ, ਇਹਨਾਂ ਦੇ ਨਾਲ ਸਾਡਾ ਕੋਈ ਭਲਾ ਨਹੀਂ ਹੋਣ ਲੱਗਿਆ। ਅਤੇ ਇੱਕ ਮੈਂ ਗੱਲ ਹੋਰ ਇੱਥੇ ਕਹਿਣਾ ਚਾਹਾਂਗੀ ਕਿ ਆਓ ਅਸੀਂ ਆਪਣੀ ਸਰਕਾਰ ਦੇ ਉੱਤੇ ਦਬਾਅ ਪਾਈਏ, ਪੰਜਾਬ ਸਰਕਾਰ ਘੱਟੋ ਘੱਟ ਇਹ ਕੰਮ ਕਰੇ ਕਿ ਜਿਵੇਂ ਹਿਮਾਚਲ ਦੇ ਵਿੱਚ, ਉੱਤਰਾਖੰਡ ਦੇ ਵਿੱਚ ਕੋਈ ਵੀ ਪੰਜਾਬੀ ਜਾ ਕੇ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ, ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਬਾਹਰਲੀਆਂ ਸਟੇਟਸ ਦੇ ਜਿਹੜੇ ਬਾਸ਼ਿੰਦੇ ਹੈਗੇ ਨੇ ਉਹ ਆ ਕੇ ਜ਼ਮੀਨਾਂ ਜਾਇਦਾਦਾਂ ਨਾ ਖਰੀਦ ਸਕਣ। ਮੈਨੂੰ ਪਤਾ ਹੈ ਬਹੁਤ ਮੁਸ਼ਕਲ ਕੰਮ ਹੈ। ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਜਿਹੜੀਆਂ ਮਤੇ ਪਾਸ ਕਰਕੇ ਕਈ ਦਿਨ ਉੱਥੇ ਹੀ ਰੱਖ ਛੱਡਦੀਆਂ, ਸਰਕਾਰ ਤੱਕ ਪਹੁੰਚਾਉਂਦੀਆਂ ਹੀ ਨਹੀਂ, ਉਹਨਾਂ ਤੋਂ ਸਾਨੂੰ ਆਸ ਬਹੁਤ ਘੱਟ ਹੈ। ਲੇਕਿਨ ਫਿਰ ਵੀ ਦਬਾਅ ਪਾਉਣਾ ਬਣਦਾ ਹੈ ਅਤੇ ਸਮੇਂ ਦੀ ਇਹ ਮੰਗ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਸਟੇਟਸ ਦੇ ਵਿੱਚ ਕੋਈ ਪੰਜਾਬੀ ਜਾ ਕੇ ਆਪਣਾ ਨਿੱਜੀ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ ਜਾਂ ਉੱਥੇ ਕੋਈ ਖਰੀਦਦਾਰੀ ਨਹੀਂ ਕਰ ਸਕਦਾ ਕਿਸੇ ਜਾਇਦਾਦ ਦੀ, ਉਸੇ ਤਰੀਕੇ ਨਾਲ ਸਾਡੇ ਪੰਜਾਬ ਦੇ ਵਿੱਚ ਇਹ ਨਿਯਮ ਲਾਗੂ ਹੋਣਾ ਲਾਜ਼ਮੀ ਹੈ। ਦੇਰ ਸਵੇਰ ਇਸ ਦੇ ਉੱਤੇ ਸਾਨੂੰ ਗੌਰ ਕਰਨੀ ਪਵੇਗੀ ਅਤੇ ਸਰਕਾਰਾਂ ਉੱਤੇ ਦਬਾਅ ਬਣਾਉਣਾ ਪਏਗਾ ਕਿ ਆਖਰ ਨੂੰ ਅਸੀਂ ਕਦੋਂ ਇਸ ਚੀਜ਼ ਨੂੰ ਸਮਝਾਂਗੇ। ਬੇਸ਼ੱਕ ਜਿਹੜਾ ਸੈਂਟਰ ਹੈ ਉਹ ਆਪਣੀ ਰਾਸ਼ਟਰਵਾਦੀ ਨੀਤੀ 'ਤੇ ਅੜਿਆ ਹੋਇਆ, ਲੇਕਿਨ ਜੇ ਕਿਸਾਨ ਇਸੇ ਤਰ੍ਹਾਂ ਡਟੇ ਰਹੇ, ਕਿਸੇ ਦੇ ਝਾਂਸੇ ਵਿੱਚ ਨਾ ਆਏ, ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਰਕਾਰਾਂ ਨੂੰ ਝੁਕਣਾ ਪਏਗਾ ਅਤੇ ਕਿਸਾਨ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਮੈਂ ਇਸ ਆਸ ਦੇ ਨਾਲ ਵਾਬਸਤਾ ਹਾਂ ਅਤੇ ਮੈਂ ਪੋਜ਼ੀਟਿਵ ਸੋਚ ਲੈ ਕੇ ਚੱਲਦੀ ਹਾਂ। ਅਤੇ ਹੁਣ ਸਾਡਾ ਸ਼ਹਿਰੀ ਵਰਗ ਜਿਹੜਾ ਹੈ ਉਹ ਅਜੇ ਵੀ ਕਿਸਾਨ ਦੇ ਨਾਲ ਮੋਢਾ ਲਾ ਕੇ ਨਹੀਂ ਖੜਾ ਲੱਗਦਾ। ਪਿੰਡਾਂ ਦੇ ਲੋਕ ਧਰਨਿਆਂ ਦੇ ਵਿੱਚ ਪਹੁੰਚ ਰਹੇ ਨੇ, ਹਰ ਤਰ੍ਹਾਂ ਨਾਲ ਆਪਣਾ ਸਾਥ ਦੇ ਰਹੇ ਨੇ, ਲੇਕਿਨ ਜਿਹੜਾ ਸ਼ਹਿਰੀ ਬਾਸ਼ਿੰਦਾ ਹੈ ਉਹਨੂੰ ਲੱਗਦਾ ਹੈ ਕਿ ਇਹ ਸਿਰਫ ਕਿਸਾਨਾਂ ਦਾ ਹੀ ਕੰਮ ਹੈ, ਉਹਨਾਂ ਦੀ ਮੁਸ਼ਕਿਲ ਹੈ ਉਹ ਹੱਲ ਕਰਨ। ਸੋ ਸ਼ਹਿਰੀ ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਅਪੀਲ ਹੈ ਕਿ ਵੀਰੋ ਅਤੇ ਭੈਣੋ, ਜ਼ਰਾ ਧਿਆਨ ਨਾਲ ਸੋਚੋ ਕਿ ਕਿਸਾਨ ਜੇ ਮਰਿਆ ਤਾਂ ਸਾਰੇ ਹੀ ਮਰਨਗੇ। ਕਿਵੇਂ ਮਰਨਗੇ? ਕਿਉਂਕਿ ਤੁਸੀਂ ਵੀ ਇਸੇ ਪੰਜਾਬ 'ਚ ਵਸਦੇ ਹੋ। ਇਸ ਪੰਜਾਬ ਦੇ ਵਿੱਚ ਜਦੋਂ ਵੱਡੇ ਵੱਡੇ ਸਾਈਲੋ ਬਣਨਗੇ, ਵੱਡੇ ਵੱਡੇ ਮਾਲ ਬਣਨਗੇ, ਤਾਂ ਉੱਥੇ ਛੋਟੇ ਵਪਾਰੀਆਂ ਦੀ ਕੋਈ ਵੁਕਤ ਨਹੀਂ ਰਹਿਣੀ। ਉਹ ਜਿਹੜੇ ਵਪਾਰੀ ਹੋਣਗੇ, ਵੱਡੇ ਵੱਡੇ ਧਨਾੜ ਹੋਣਗੇ, ਸਾਈਲੋ ਵਾਲੇ, ਮੌਲਸ ਵਾਲੇ, ਉਹ ਤੁਹਾਨੂੰ ਪੈਕਿੰਗ ਮਾਲ ਦੇਣਗੇ ਅਤੇ ਪੈਕਿੰਗ ਦੇ ਖਰਚੇ ਦੇ ਸਮੇਤ ਬਹੁਤ ਵੱਧ ਜਾਏਗਾ, ਉਹਦਾ ਕੀਮਤ ਬਹੁਤ ਵੱਧ ਜਾਏਗੀ। ਜ਼ਖੀਰੇਬਾਜ਼ੀ ਨੂੰ ਖੁੱਲ੍ਹ ਦੇ ਦਿੱਤੀ ਹੈ ਸਰਕਾਰ ਨੇ, ਤਾਂ ਉਹਦਾ ਅਸਰ ਸਿਰਫ ਕਿਸਾਨ 'ਤੇ ਨਹੀਂ ਪੈਣਾ, ਸਾਡੇ ਸਭ 'ਤੇ ਹੀ ਪੈਣਾ, ਚਾਹੇ ਅਸੀਂ ਪਿੰਡਾਂ 'ਚ ਵਸਦੇ ਹਾਂ, ਚਾਹੇ ਅਸੀਂ ਸ਼ਹਿਰਾਂ 'ਚ ਵਸਦੇ ਹਾਂ। ਸਾਡੇ ਸਭ 'ਤੇ ਕਿਵੇਂ ਪੈਣਾ? ਕਿਉਂਕਿ ਜ਼ਖੀਰੇਬਾਜ਼ਾਂ ਨੇ ਉਸ ਵੇਲੇ ਆਪਣੀ ਵਸਤ ਕੱਢਣੀ ਆ ਜਦੋਂ ਬਿਲਕੁਲ ਇੱਥੇ ਕੋਈ ਚੀਜ਼ ਦਿਸੀ ਨਾ, ਬਹੁਤ ਘਾਟ ਮਹਿਸੂਸ ਹੋਈ। ਕਿਉਂਕਿ ਡਿਮਾਂਡ ਐਂਡ ਸਪਲਾਈ ਦੇ ਹਿਸਾਬ ਨਾਲ ਜੇ ਅਸੀਂ ਚੱਲਦੇ ਹਾਂ ਤਾਂ ਜਦੋਂ ਸਪਲਾਈ ਉਹਨਾਂ ਨੇ ਕਰਨੀ ਆ ਡਿਮਾਂਡ ਦੇ ਆਧਾਰ 'ਤੇ ਸਾਨੂੰ ਜਿਹੜੇ ਪਿਆਜ਼ ਅੱਜ ਅਸੀਂ 100 ਰੁਪਏ ਕਿੱਲੋ, 150 ਰੁਪਏ ਕਿੱਲੋ ਲੈਣ ਤੋਂ ਰੋਂਦੇ ਹਾਂ, ਹੋ ਸਕਦਾ ਸਾਨੂੰ 1500 ਰੁਪਏ ਕਿੱਲੋ ਨੂੰ ਵੀ ਲੈਣੇ ਪੈ ਜਾਣ।
ਕੱਲੇ ਪਿਆਜ਼ ਹੀ ਨਹੀਂ, ਬਾਕੀ ਸਾਰੀਆਂ ਵਸਤਾਂ ਵੀ। ਤੇ ਜਿਹੜੀ ਪੈਕਿੰਗ ਮਾਲ ਦੀ ਵਿਕਰੀ ਹੁੰਦੀ ਹੈ, ਸਾਰੇ ਹੀ ਜਾਣਦੇ ਆ ਕਿ ਪੈਕਿੰਗ ਦੇ ਖਰਚੇ ਵਿੱਚ ਪੈ ਕੇ ਕਿੰਨੀ ਵੱਧ ਜਾਂਦੀ ਹੈ। ਸੋ ਚਾਹੇ ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਚਾਹੇ ਅਸੀਂ ਸ਼ਹਿਰਾਂ 'ਚ ਰਹਿੰਦੇ ਹਾਂ, ਚਾਹੇ ਅਸੀਂ ਕਸਬਿਆਂ 'ਚ ਰਹਿੰਦੇ ਹਾਂ, ਸਾਨੂੰ ਸਾਰਿਆਂ ਨੂੰ ਹੀ ਇਸ ਮਾਰ ਨੂੰ ਝੱਲਣਾ ਪੈਣਾ। ਸੋ ਵੀਰੋ, ਇਸ ਚੀਜ਼ ਨੂੰ ਸਮਝੋ, ਕਿਉਂਕਿ ਵਪਾਰ ਤੁਹਾਡਾ ਵੀ ਬੰਦ ਹੋ ਜਾਣਾ। ਤੁਹਾਨੂੰ ਕਿਸੇ ਨੇ ਸਾਈਲੋਜ਼ ਦੇ ਵਿੱਚ ਜਾਂ ਮਾਲਸ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਵੇਚਣ ਦੀ ਤੁਹਾਨੂੰ ਆਗਿਆ ਨਹੀਂ ਦੇਣੀ, ਜਿਹੜੀ ਤੁਸੀਂ ਆਪਣੀਆਂ ਅੱਜ ਛੋਟੀਆਂ ਦੁਕਾਨਾਂ 'ਚ ਵੇਚ ਕੇ ਆਪਣੀ ਕਮਾਈ ਕਰ ਰਹੇ ਹੋ, ਆਪਣੇ ਟੱਬਰ ਪਾਲ ਰਹੇ ਹੋ। ਸਾਨੂੰ ਸਾਰਿਆਂ ਨੂੰ ਹੀ ਇਹਦਾ ਨਤੀਜਾ ਭੁਗਤਣਾ ਪੈਣਾ, ਇਹਦਾ ਖਮਿਆਜਾ ਭੁਗਤਣਾ ਪੈਣਾ। ਸੋ ਵੀਰੋ, ਟਾਈਮ ਰਹਿੰਦੇ ਸੰਭਲੋ, ਆਪਣੇ ਕਿਸਾਨ ਭਰਾਵਾਂ ਦੇ ਨਾਲ, ਆਪਣੇ ਮਜ਼ਦੂਰ ਭਰਾਵਾਂ ਦੇ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵੋ। ਸਿਰਫ ਕਿਸਾਨਾਂ ਦਾ, ਮਜ਼ਦੂਰਾਂ ਦਾ ਜਾਂ ਆੜ੍ਹਤੀਆਂ ਦਾ ਹੀ ਇਹ ਵਿਸ਼ਾ ਨਹੀਂ ਹੈਗਾ, ਇਹ ਸਾਡੇ ਸਾਰੇ ਨਾਗਰਿਕਾਂ ਦਾ ਵਿਸ਼ਾ ਹੈ। ਸਾਡੇ ਸਾਰਿਆਂ ਦੇ ਸਿਰ ਤੇ ਇੱਕ ਖਤਰਾ ਮੰਡਰਾ ਰਿਹਾ ਹੈ। ਸਿਰਫ ਕਿਸਾਨ ਦੀ ਹੋਂਦ ਹੀ ਖਤਮ ਨਹੀਂ ਹੋਏਗੀ, ਅਸੀਂ ਸਾਰੇ ਹੀ ਭੁੱਖਮਰੀ ਦੇ ਸ਼ਿਕਾਰ ਹੋਵਾਂਗੇ। ਵੱਡੇ ਵੱਡੇ ਗੋਦਾਮ ਜਿਹੜੇ ਉਸਾਰੇ ਜਾ ਰਹੇ ਨੇ, ਜਿਹੜੇ ਲੱਖਾਂ ਮੀਟ੍ਰਿਕ ਟਨ ਦੇ ਹਿਸਾਬ ਨਾਲ ਨੇ, ਜਿੱਥੇ ਫਸਲਾਂ ਜਿਹੜੀਆਂ ਉਹ ਸਟੋਰ ਹੋਣਗੀਆਂ, ਉੱਥੇ ਤੁਹਾਡੇ ਵਰਗੇ ਛੋਟੇ ਗੋਦਾਮਾਂ ਵਾਲਿਆਂ ਨੂੰ ਕਿਹਨੇ ਪੁੱਛਣਾ? ਤੇ ਜਿਹੜੇ ਖੇਤੀ ਔਜ਼ਾਰ ਜਾਂ ਖੇਤੀ ਦੀਆਂ ਹੋਰ ਵਸਤਾਂ ਦਾ ਵਪਾਰ ਕਰਦੇ ਹੈ, ਉਹਨਾਂ ਦੀਆਂ ਵਸਤਾਂ ਵੀ ਨਹੀਂ ਵਿਕਣਗੀਆਂ, ਕਾਰਨ ਕਿ ਉਹ ਛੋਟੇ ਛੋਟੇ ਕਿਸਾਨਾਂ ਦੇ ਹਿਸਾਬ ਦੇ ਨਾਲ ਆਪਣੀਆਂ ਚੀਜ਼ਾਂ ਵੇਚਦੇ ਹੈ। ਤੇ ਜਦੋਂ ਇਹ ਵੱਡੇ ਵੱਡੇ ਪੂੰਜੀਪਤੀ ਹੋਣਗੇ ਤਾਂ ਇਹਨਾਂ ਦੇ ਆਧਾਰ ਤੇ ਇਹਨਾਂ ਨੇ ਹਜ਼ਾਰਾਂ ਏਕੜਾਂ ਦੇ ਜਿਹੜੇ ਖੇਤ ਬਣਾ ਲੈਣੇ ਆ। ਤੁਹਾਡੀਆਂ ਵਟਾਂ ਸਭ ਖਤਮ ਹੋ ਜਾਣੀਆਂ, ਤੁਹਾਡੀਆਂ ਖੇਤਾਂ ਦੀਆਂ ਹੱਦਬੰਦੀਆਂ ਸਾਰੀਆਂ ਖਤਮ ਹੋ ਜਾਣੀਆਂ। ਇਹਨਾਂ ਨੇ ਆਪਣੇ ਹਿਸਾਬ ਨਾਲ ਉੱਥੇ ਜੋ ਮਰਜ਼ੀ ਉਸਾਰਨਗੇ, ਜਿਸ ਤਰ੍ਹਾਂ ਦੀ ਮਰਜ਼ੀ ਉਹਦੀ ਕੱਟ ਵੱਢ ਕਰਨਗੇ। ਇਹ ਲੋਨ ਲੈਣਗੇ, ਕਿਸਾਨ ਉਹਨੂੰ ਵਾਪਸ ਕਰੇਗਾ, ਇਹ ਨਹੀਂ ਵਾਪਸ ਕਰਨਗੇ, ਕਿਸਾਨ ਨੂੰ ਵਾਪਸ ਕਰਨਾ ਪਏਗਾ। ਸੋ ਇਸ ਤਰ੍ਹਾਂ ਦੇ ਚੀਜ਼ਾਂ ਆ ਰਹੀਆਂ ਨੇ। ਜਦੋਂ ਹਜ਼ਾਰਾਂ ਏਕੜਾਂ ਦੇ ਖੇਤ ਬਣਨਗੇ, ਉਹਨਾਂ ਹਜ਼ਾਰਾਂ ਏਕੜਾਂ ਦੇ ਖੇਤਾਂ ਦੇ ਵਿੱਚ ਜਿਹੜੀ ਹੈ ਵੱਡੇ ਵੱਡੇ ਔਜ਼ਾਰ ਹੋਣਗੇ, ਵੱਡੇ ਵੱਡੇ ਟਰੈਕਟਰ ਹੋਣਗੇ, ਤਾਂ ਸਾਡਾ ਸਾਰਾ ਕਾਰੋਬਾਰ ਠੱਪ ਹੋ ਕੇ ਰਹਿ ਜਾਏਗਾ। ਤਾਂ ਫਿਰ ਅਸੀਂ ਭੁੱਖਮਰੀ ਦੇ ਸ਼ਿਕਾਰ ਨਹੀਂ ਹੋਵਾਂਗੇ ਕੀ? ਸੋ ਸ਼ਹਿਰੀ ਵੀਰਾਂ ਨੂੰ, ਭੈਣਾਂ ਨੂੰ ਇਹ ਸਮਝਣ ਦੀ ਲੋੜ ਹੈ ਤੇ ਕਿਸਾਨਾਂ ਦੇ ਨਾਲ ਆ ਕੇ ਡਟਣ ਦੀ ਲੋੜ ਹੈ। ਤੇ ਹੁਣ ਮੈਂ ਆਪਣੀਆਂ 2 ਜਿਹੜੀਆਂ ਕਾਵ ਰਚਨਾਵਾਂ ਨੇ, ਉਹਨਾਂ ਦੇ ਨਾਲ ਇਸ ਸਾਰੀ ਸਥਿਤੀ ਨੂੰ ਪੇਸ਼ ਕਰਨ ਦਾ ਯਤਨ ਕਰ ਰਹੀ ਹਾਂ, ਸ਼ਾਇਦ ਸਮਝ ਆ ਜਾਏ ਸਭ ਨੂੰ। ਪਹਿਲੀ ਨਜ਼ਮ ਹੈ, ਜਿਹੜੀ ਖੁੱਲ੍ਹੀ ਕਵਿਤਾ ਹੈ, ਮਰਾਂਗੇ ਸਾਰੇ ਹੀ। ਦੋਸਤੋ, ਦਿਲ 'ਚੋਂ ਕੱਢ ਦਿਓ ਇਹ ਭੁਲੇਖਾ ਕਿ ਖੇਤੀ ਬਿੱਲਾਂ ਦਾ ਅਸਰ ਕੇਵਲ ਤੇ ਕੇਵਲ ਪਏਗਾ ਕੱਲੇ ਕਿਸਾਨ ਉੱਤੇ। ਜ਼ਰਾ ਗੌਰ ਨਾਲ ਵਿਚਾਰੋ, ਖੇਤੀ ਪ੍ਰਧਾਨ ਸੂਬਾ ਹੈ ਪੰਜਾਬ, ਤੇ ਸਾਰੇ ਕਿੱਤੇ ਜੁੜੇ ਹੋਏ ਨੇ ਖੇਤੀ ਦੇ ਨਾਲ। ਜਦ ਫੇਲ ਹੋਈ ਕਿਸਾਨੀ ਤਾਂ ਖੇਤੀ ਨਾਲ ਜੁੜੇ ਸਾਰੇ ਔਜ਼ਾਰ ਵੀ ਹੋ ਜਾਣਗੇ ਬੇਕਾਰ, ਕਿਉਂਕਿ ਅਡਾਨੀਆਂ ਅੰਬਾਨੀਆਂ ਨੇ ਛੋਟੇ ਛੋਟੇ ਨਹੀਂ, ਸਗੋਂ ਹਜ਼ਾਰਾਂ ਹਾਰਸ ਪਾਵਰਾਂ ਦੇ ਲਿਆਉਣੇ ਨੇ ਟਰੈਕਟਰ। ਤੇ ਇਸੇ ਤਰ੍ਹਾਂ ਹੋਰ ਵਿਸ਼ਾਲ ਸੰਦ ਜੋ ਕਰ ਦੇਣਗੇ ਵਿਹਲਾ ਕਿਸਾਨੀ ਸੰਦਾਂ ਨਾਲ ਜੁੜੇ ਹਰ ਧੰਦੇ ਨੂੰ। ਤੇ ਮੇਰਾ ਦਲਿਤ ਵੀਰ ਇਹ ਨਾ ਸੋਚੇ ਕਿ ਜ਼ਮੀਨ ਤਾਂ ਕਿਸਾਨਾਂ ਦੀ ਜਾਏਗੀ। ਉਹ ਕਿਸਾਨ ਜੋ ਕਰਦਾ ਰਿਹਾ ਵਿਤਕਰੇ ਤੁਹਾਡੇ ਨਾਲ, ਉਹ ਕਿਸਾਨ ਜੋ ਕਰਦਾ ਰਿਹਾ ਵਿਤਕਰੇ ਤੁਹਾਡੇ ਨਾਲ। ਪਰ ਵੀਰੋ, ਇਹ ਵਿਤਕਰੇਬਾਜ਼ ਹਰ ਕਿਸਾਨ ਨਹੀਂ, ਸਗੋਂ ਕੁਝ ਕੁ ਮੁੱਠੀ ਪਰ ਲੋਕ ਹਨ। ਤੇ ਕੀ ਤੁਸੀਂ ਚਾਹੋਗੇ ਕਿ ਉਹਨਾਂ ਦੀ ਬਦਤਮੀਜ਼ੀ ਦੀ ਸਜ਼ਾ ਭੋਗੇ ਸਮਾਜ ਦਾ ਹਰ ਬਸ਼ਰ? ਇਹ ਨਾ ਭੁੱਲੋ ਕਿ ਬਹੁਗਿਣਤੀ ਕਿਸਾਨ ਤਾਂ ਖੜਦਾ ਰਿਹਾ ਤੁਹਾਡੇ ਨਾਲ, ਕਰਦਾ ਰਿਹਾ ਤੁਹਾਡੇ ਨਾਲ ਪੁੱਤਾਂ ਵਾਲਾ ਵਤੀਰਾ। ਯਾਦ ਕਰੋ ਸੰਤ ਰਾਮ ਉਦਾਸੀ ਦੇ ਬੋਲ, ਜਦੋਂ ਉਹ ਕਹਿੰਦਾ ਹੈ, ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਉਹ ਤੂੜੀ ਵਿੱਚੋਂ ਪੁੱਤ ਜਗਿਆ। ਤੇ ਜੇ 100% ਸੱਚ ਹੁੰਦੇ ਇਹ ਵਿਤਕਰੇ, ਤਾਂ ਕ੍ਰਾਂਤੀਕਾਰੀ ਇਹ ਕਵੀ ਜ਼ਰੂਰ ਉਲੀਕਦਾ ਕਿਸਾਨ ਦੇ ਇਸ ਬਦ ਮਗਜ਼ ਵਤੀਰੇ ਨੂੰ। ਇਹ ਹਜ਼ਾਰਾਂ ਏਕੜਾਂ ਦੇ ਮਾਲਕ ਨਹੀਂ ਖੋਤਣ ਦੇਣਗੇ ਘਾਹ ਦੀ ਇੱਕ ਤਿੜ ਵੀ ਤੁਹਾਨੂੰ ਆਪਣੀਆਂ ਵੱਟਾਂ ਤੋਂ। ਕਿਸਾਨ ਤੁਹਾਡੇ ਅੜੇ ਥੋੜੇ ਖੜਦਾ ਹੈ ਤੁਹਾਡੇ ਨਾਲ, ਜਦ ਕਿ ਇਹ ਕੰਪਨੀਆਂ ਦੇ ਮਾਲਕ ਰੋਲਣਗੇ ਸਭ ਨੂੰ। ਕਈ ਮਹੀਨੇ ਤੇ ਹੋ ਸਕਦਾ ਮਜ਼ਦੂਰੀ ਦੀ ਥਾਂ
ਕਰਨੀ ਪਵੇ ਸਭ ਨੂੰ ਵਗਾਰ 18ਵੀਂ ਸਦੀ ਦੇ ਮੁਜਾਰਿਆਂ ਵਾਂਗ। ਤੇ ਜੇ ਸੋਚਦੇ ਹੋ ਕਿ ਤੁਸੀਂ ਤਾਂ ਮਜ਼ਦੂਰੀ ਹੀ ਕਰਨੀ, ਕਿਸਾਨ ਹੋਵੇ ਜਾਂ ਕੰਪਨੀ, ਤਾਂ ਗਲਤ ਹੋ ਤੁਸੀਂ, ਕਿਉਂਕਿ ਪਾਸ ਹੋ ਗਿਆ ਇਹ ਵੀ ਬਿੱਲ ਕਿ ਮਜ਼ਦੂਰੀ ਦੇ ਘੰਟੇ ਤੇ ਘੱਟੋ ਘੱਟ ਮਜ਼ਦੂਰੀ ਦੀ ਸੀਮਾ ਵੀ ਕਰ ਦਿੱਤੀ ਗਈ ਹੈ ਖਤਮ। ਤੇ ਫਿਰ ਸਭ ਦੇ ਘਰਾਂ 'ਚ ਦੋ ਭਾਈਆਂ 'ਚ ਵੀ ਖੜਕ ਜਾਂਦੀ ਹੈ ਅਕਸਰ, ਤਾਂ ਕੀ ਖਤਮ ਹੋ ਜਾਂਦੀ ਹੈ ਉਦੋਂ ਲਹੂ ਮਾਸ ਦੀ ਸਾਂਝ? ਗੌ ਨਾਲ ਵਿਚਾਰਨਾ ਬਣਦਾ। ਤੇ ਇਹ ਨਾ ਸੋਚੋ ਕਿ ਜਿਣਸ ਦਾ ਵਪਾਰੀ ਤਾਂ ਆਪਣੀ ਦੁਕਾਨ ਕਰੇਗਾ। ਨਹੀਂ ਵੀਰੋ, ਨਹੀਂ। ਇਹ ਪੂੰਜੀਪਤੀ ਤਾਂ ਖੜੇ ਕਰਨਗੇ ਵੱਡੇ ਵੱਡੇ ਸਾਈਲੋ ਤੇ ਮਾਲ, ਜਿੱਥੇ ਵੱਡੇ ਵਪਾਰੀ ਹੀ ਪੈਕ ਮਾਲ ਵੇਚਣਗੇ, ਤੇ ਤੁਹਾਡੀਆਂ ਦੁਕਾਨਾਂ ਤਾਂ ਬਣ ਕੇ ਰਹਿ ਜਾਣਗੀਆਂ ਇੱਕ ਕਬਾੜਖਾਨਾ। ਸੋ ਆਓ ਸਾਰੇ ਰਲ ਕੇ ਸੋਚੀਏ ਠੰਡੇ ਦਿਮਾਗ ਨਾਲ ਕਿ ਕੀ ਹੈ ਸਾਡੇ ਵੈਰੀ ਦੀ ਚਾਲ, ਜੋ ਹਮੇਸ਼ਾ ਵਾਂਗ ਪਾ ਕੇ ਦੁਫੇੜ ਸਾਡੇ ਸਭ 'ਚ ਪਾਉਣਾ ਚਾਹੁੰਦਾ ਨੱਕ ਨਕੇਲ ਸਾਡੇ। ਸੋ ਆਓ ਸਮਝੀਏ ਕਿ ਇਕੱਲਾ ਕਿਸਾਨ ਹੀ ਨਹੀਂ ਮਰੇਗਾ, ਮਰਾਂਗੇ ਸਾਰੇ ਹੀ। ਹਾਂ, ਮਰਾਂਗੇ ਸਾਰੇ ਹੀ। ਤੇ ਦੂਜੀ ਨਜ਼ਮ ਮੇਰੀ ਹੈ ਕਿਸਾਨ ਦਾ ਅਹਿਦ। ਸਾਰੀ ਉਮਰ ਮੈਂ ਨੰਗ ਹੰਢਾਵਾਂ, ਠੰਡੀਆਂ ਭਰਦਾ ਰਹਾ ਮੈਂ ਹਾਵਾਂ, ਆਚਾਰ ਨਾਲ ਖਾ ਡੰਗ ਟਪਾਵਾਂ, ਬਹੁਤ ਔਖੀਆਂ ਮੇਰੀਆਂ ਰਾਵਾਂ। ਖੇਤਾਂ ਦੇ ਵਿੱਚ ਰਹਾ ਮੈਂ ਮਰਦਾ, ਗਰਮੀ ਸਰਦੀ ਦੇ ਤੇ ਜਰਦਾ, ਰੋਟੀ ਮੁਲਕ ਦੇ ਹੱਥ ਹਾਂ ਧਰਦਾ, ਆਪ ਪਰ ਠੰਡੇ ਹੋ ਕੇ ਪਰਦਾ। ਹਰਦਮ ਮਾਰੇ ਮੈਨੂੰ ਮਹਿੰਗਾਈ, ਖਾਦਾਂ ਸਪਰੇਆਂ ਦੀ ਢੋ ਢੁਆਈ, ਡੀਜ਼ਲ ਕੀਮਤਾਂ ਵੀ ਅਤਚਾਈ, ਮਿਲੇ ਨਾ ਮੁੱਲ ਜੋ ਲਾਗਤ ਆਈ। ਸਮੇਂ ਦੀਆਂ ਨੇ ਜੋ ਸਰਕਾਰਾਂ, ਲਾਵਣ ਮੈਨੂੰ ਸਦਾ ਹੀ ਆਰਾਂ, ਸਦਾ ਹੀ ਝੱਲਾਂ ਇਹਨਾਂ ਤੋਂ ਮਾਰਾਂ, ਕਿੱਦਾਂ ਆਪਣਾ ਵਕਤ ਗੁਜ਼ਾਰਾਂ। 3 ਕਾਨੂੰਨ ਜੋ ਹੁਣ ਬਣਾਏ, ਸਾਹ ਨੇ ਮੇਰੇ ਇਹਨਾਂ ਸੁਕਾਏ, ਪੂੰਜੀਪਤੀ ਮੇਰੇ ਸਿਰ ਬਿਠਾਏ, ਮੌਤ ਮੇਰੀ ਦੇ ਵਰੰਟ ਲਿਖਾਏ। ਖੁੱਲੀ ਮੰਡੀ ਮੈਨੂੰ ਲੈ ਬਹਿ ਜਾਊ, ਠੇਕਾ ਸਿਸਟਮ ਤਾਂ ਮੈਨੂੰ ਖਾਊ, ਜ਼ਖੀਰੇ ਬਾਜੀ ਦਾ ਦੈਂਤ ਜਾਂ ਆਊ, ਜ਼ਖੀਰੇ ਬਾਜੀ ਦਾ ਦੈਂਤ ਜਾਂ ਆਊ, ਹੋਂਦ ਮੇਰੀ ਤਾਂ ਮਰ ਮਿਟ ਜਾਊ। ਪੂੰਜੀਪਤੀ ਜੋ ਯਾਰ ਨੇ ਤੇਰੇ, ਪਾਉਂਦੇ ਘੁੰਮਰਾਂ ਚਾਰ ਚੁਫੇਰੇ, ਮੇਰੇ ਖੇਤੀ ਇਹਨਾਂ ਦੇ ਡੇਰੇ, ਬਣਨਾ ਮੇਰੀ ਫਾਹੀ ਦੇ ਘੇਰੇ। ਹੋਂਦ ਮੇਰੀ ਦਾ ਟੁੱਟੂ ਵਸੀਲਾ, ਤਾਂ ਹੀ ਹੁਣ ਮੈਂ ਕਰਨਾ ਹੀਲਾ, ਏਕੇ ਦਾ ਕਰਤਾਨ ਰਸੀਲਾ, ਗੜ ਕਰਨਾ ਤੇਰਾ ਤੀਲਾ ਤੀਲਾ। ਰੋਹ ਮੇਰੇ ਨੇ ਬੌਕਰ ਬਣਨਾ, ਰੋਹ ਮੇਰੇ ਨੇ ਬੌਕਰ ਬਣਨਾ, ਮੁੱਕੇ ਬਣ ਮੁੱਠੀਆਂ ਨੇ ਤਣਨਾ, ਨੇਰੇ ਚੋਂ ਨਵੀਂ ਲੋਹ ਨੇ ਛਣਨਾ, ਤੇ ਇਸਨੇ ਮੇਰੀ ਕਿਸਮਤ ਬਣਨਾ, ਤੇ ਇਸਨੇ ਮੇਰੀ ਕਿਸਮਤ ਬਣਨਾ। ਧੰਨਵਾਦ ਦੋਸਤੋ।